Good morning, students. The next chapter that we are going to do is our urgent need for self-esteem. Self-esteem ਦਾ ਮਤਲਬ ਹੁੰਦਾ ਹੈ ਆਪਣੇ ਆਪ ਤੇ ਵਿਸ਼ਵਾਸ ਔਰ ਆਪਣੇ ਆਪ ਤੇ ਕੀ ਆਪਣੀ ਹੀ ਇੱਜ਼ਤ। ਉਹ ਇੱਜ਼ਤ ਜਿਹੜੀ ਸੈਲਫ ਐਸਟੀਮ ਹੈ ਸਾਡੀ ਖੁਦ ਦੀਆਂ ਨਜ਼ਰਾਂ ਵਿੱਚ ਉਸ ਨੂੰ ਕਹਿੰਦੇ ਨੇ ਸੈਲਫ ਐਸਟੀਮ। ਕਹਿੰਦਾ ਅਸੀਂ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਜੱਜਮੈਂਟਸ ਪਾਸ ਕਰਦੇ ਹਾਂ। ਸਭ ਤੋਂ ਜ਼ਿਆਦਾ ਜ਼ਰੂਰੀ ਹੈ ਉਹ ਜੱਜਮੈਂਟ ਜਿਹੜੀ ਅਸੀਂ ਆਪਣੇ ਆਪ 'ਤੇ ਪਾਸ ਕਰਦੇ ਹਾਂ। ਉਹ ਸਾਡੀ ਹਰ ਡਿਸੀਜਨ ਨੂੰ ਇੰਪੈਕਟ ਕਰਦੀ ਹੈ, ਉਸ 'ਤੇ ਅਸਰ ਕਰਦੀ ਹੈ ਔਰ ਉਹ ਸਾਰੀਆਂ ਚੀਜ਼ਾਂ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਕਿਵੇਂ ਜ਼ਿੰਦਗੀ ਨੂੰ ਜੀਣਾ ਹੈ, ਕਿਵੇਂ ਅਸੀਂ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਹੈ, ਕਿਵੇਂ ਅਸੀਂ ਕੰਮ ਕਰਨਾ ਹੈ, ਕਿਵੇਂ ਆਪਣੀ ਐਗਜ਼ਿਸਟ ਕਰਨਾ ਹੈ, ਕਿਹੜੇ ਫੈਸਲੇ ਲੈਣੇ ਨੇ ਔਰ ਕਿਸ ਤਰ੍ਹਾਂ ਅਸੀਂ ਅੱਗੇ ਜਾ ਕੇ ਦੁਨੀਆ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੂੰ ਅਡੋਪਟ ਕਰਨਾ ਹੈ। ਇਹ ਹੁੰਦੀ ਹੈ ਸਾਡੀ ਸੈਲਫ ਐਸਟੀਮ। ਸਾਡੇ ਗੋਲਸ ਕੀ ਨੇ, ਕਿਹੜੀਆਂ ਸਾਡੀਆਂ ਵੈਲਿਊਜ਼ ਨੇ, ਕਿ ਅਸੀਂ ਹਰ ਵਕਤ ਅੱਛੇ ਲੋਕਾਂ ਵਿੱਚ ਰਹਿੰਦੇ ਹਾਂ, ਆਪਣੇ ਗੋਲਸ ਕਿਹੋ ਜਿਹੇ ਸੈੱਟ ਕਰਦੇ ਹਾਂ, ਉਹ ਗੋਲਸ ਜਿਹੜੇ ਸਾਨੂੰ ਜ਼ਿੰਦਗੀ ਵਿੱਚ ਕਾਮਯਾਬ ਜਾਂ ਨਾਕਾਮਯਾਬ ਬਣਾਉਂਦੇ ਨੇ, ਕਿਵੇਂ ਅਸੀਂ ਚੈਲੰਜਸ ਨੂੰ ਮਹਿਸੂਸ ਕਰਦੇ ਹਾਂ, ਫੀਲ ਕਰਦੇ ਹਾਂ ਔਰ ਫਿਰ ਉਹਨਾਂ ਦਾ ਹੌਸਲੇ ਦੇ ਨਾਲ ਉਹਨਾਂ ਚੈਲੰਜਸ ਨੂੰ ਫੇਸ ਕਰਦੇ ਹਾਂ। ਇਹ ਸਾਰੇ ਜਿਹੜੀਆਂ ਵੀ ਰਿਸਪੌਂਸਿਸ ਨੇ, ਇਹ ਜਿਹੜੇ ਸਾਰੇ ਰਿਸਪੌਂਸਿਸ ਨੇ, ਇਹ ਸਾਡੇ 'ਤੇ ਡਿਪੈਂਡ ਕਰਦੇ ਨੇ ਕਿ ਅਸੀਂ ਆਪਣੇ ਬਾਰੇ ਕੀ ਸੋਚਦੇ ਹਾਂ। ਲੋਕ ਨਹੀਂ, ਦੁਨੀਆ ਕੀ ਸੋਚਦੀ ਹੈ ਉਹ ਨਹੀਂ, ਅਸੀਂ ਖੁਦ ਆਪਣੇ ਬਾਰੇ ਕੀ ਸੋਚਦੇ ਹਾਂ। That is self-esteem. Self-esteem is the experience of being competent to cope with the basic challenges of life and of being worthy of happiness. ਜੇ ਮੈਂ ਕਹਾਂ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਆਪਣੇ ਆਪ ਨੂੰ ਵਰਥ ਸਮਝਣਾ, ਆਪਣੀ ਵਰਥ ਸਮਝਣਾ ਕਿ ਮੈਂ ਇਸ ਦੇ ਕਾਬਲ ਹਾਂ, ਮੈਂ ਇਸ ਜ਼ਿੰਦਗੀ ਦੇ ਵਿੱਚ ਕੀ ਬਣਨਾ ਹੈ, ਕੀ ਕਰਨਾ ਹੈ, ਕਿਵੇਂ ਰਿਐਕਟ ਕਰਨਾ ਹੈ, ਕੀ ਸੋਚਣਾ ਹੈ, ਇਹ ਸਾਰਾ ਕੁਝ ਅਸੀਂ ਤੈਅ ਕਰਦੇ ਹਾਂ। ਔਰ ਉਹ ਸਾਰਾ ਕੁਝ ਅਸੀਂ ਉਦੋਂ ਤੈਅ ਕਰਦੇ ਹਾਂ ਜਦੋਂ ਅਸੀਂ ਸੋਚਦੇ ਹਾਂ, ਵੈਨ ਵੀ ਥਿੰਕ ਐਂਡ ਵੈਨ ਵੀ ਲਰਨ, ਸੁਣਦੇ ਹਾਂ, ਸਮਝਦੇ ਹਾਂ ਔਰ ਸਿੱਖਦੇ ਹਾਂ, ਚੂਜ਼ ਕਰਦੇ ਹਾਂ। ਚੰਗਾ ਵੀ ਚੂਜ਼ ਕਰ ਸਕਦੇ ਹਾਂ, ਮਾੜਾ ਵੀ ਚੂਜ਼ ਕਰ ਸਕਦੇ ਹਾਂ। ਫਿਰ ਉਸ ਤੋਂ ਬਾਅਦ ਅਸੀਂ ਆਪਣੀਆਂ ਡਿਸੀਜਨਸ ਲੈਂਦੇ ਹਾਂ। ਇਸ ਨੂੰ ਅਸੀਂ ਕਹਿੰਦੇ ਹਾਂ ਸੈਲਫ ਐਫੀਕੇਸੀ। ਇਹ ਸਾਡੇ ਵਿੱਚ ਹੋਣੀ ਬਹੁਤ ਜ਼ਰੂਰੀ ਹੈ। ਦੂਸਰੀ ਚੀਜ਼ ਆਪਣੀ ਇੱਜ਼ਤ ਖੁਦ ਕਰਨੀ, ਸੈਲਫ ਰਿਸਪੈਕਟ, ਇਹ ਬਹੁਤ ਜ਼ਰੂਰੀ ਹੈ। ਅਗਰ ਅਸੀਂ ਕੌਨਫੀਡੈਂਟ ਹਾਂ ਕਿ ਜੋ ਅਸੀਂ ਕਰ ਰਹੇ ਹਾਂ ਉਹ ਅੱਛਾ ਹੈ, ਸਹੀ ਹੈ, ਠੀਕ ਹੈ ਤਾਂ ਔਰ ਸਾਨੂੰ ਖੁਸ਼ ਕਰੇਗਾ, ਖੁਸ਼ ਰੱਖੇਗਾ, ਤਾਂ ਹੀ ਅਸੀਂ ਕੁਝ ਅਚੀਵ ਕਰਾਂਗੇ, ਤਾਂ ਹੀ ਅਸੀਂ ਸਕਸੈਸਫੁਲ ਹੋਵਾਂਗੇ, ਤਾਂ ਹੀ ਅਸੀਂ ਅੱਛੇ ਫਰੈਂਡਸ ਬਣਾ ਸਕਾਂਗੇ, ਤਾਂ ਹੀ ਅਸੀਂ ਇੱਜ਼ਤ ਲੈ ਸਕਾਂਗੇ ਔਰ ਇੱਜ਼ਤ ਦੇ ਸਕਾਂਗੇ। ਪਿਆਰ ਔਰ ਫੁਲਫਿਲਮੈਂਟ ਇਸੇ ਦੇ ਨਾਲ ਆਉਂਦੀ ਹੈ ਅਗਰ ਸਾਡੇ ਕੋਲ ਸੈਲਫ ਐਸਟੀਮ ਹੈ। ਬਹੁਤ ਜ਼ਰੂਰੀ ਹੈ ਜ਼ਿੰਦਗੀ ਵਿੱਚ ਸੈਲਫ ਐਸਟੀਮ ਦਾ ਹੋਣਾ। ਅਗਰ ਅਸੀਂ ਕਿਸੇ ਵੀ ਚੀਜ਼ ਦੇ ਵਿੱਚ ਕਾਮਯਾਬ ਹੋਣਾ ਹੈ, ਚਾਹੇ ਉਹ ਛੋਟੀ ਜਿਹੀ ਚੀਜ਼ ਹੈ, ਚਾਹੇ ਉਹ ਵੱਡੀ ਚੀਜ਼ ਹੈ, ਅਗਰ ਅਸੀਂ ਕਿਸੇ ਵੀ ਚੀਜ਼ ਨੂੰ ਚੰਗੀ ਤਰ੍ਹਾਂ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਖੁਦ ਦੀ ਇੱਜ਼ਤ ਕਰਨੀ ਆਉਣੀ ਚਾਹੀਦੀ ਹੈ। ਜਿਹੜਾ ਵੀ ਇਨਸਾਨ ਆਪਣੀ ਇੱਜ਼ਤ ਨਹੀਂ ਕਰਦਾ, ਆਪਣੇ ਆਪ ਆਪਣੀ ਇੱਜ਼ਤ ਨਹੀਂ ਕਰਦਾ, ਉਸ ਦੀ ਕੋਈ ਵੀ ਇੱਜ਼ਤ ਨਹੀਂ ਕਰਦਾ। ਸੁਸਾਇਟੀ ਉਸੇ ਨੂੰ ਐਕਸੈਪਟ ਕਰਦੀ ਹੈ ਜਿਹੜਾ ਖੁਦ ਦੀ ਸੈਲਫ ਐਸਟੀਮ ਰੱਖਦਾ ਹੈ। ਸੈਲਫ ਰਿਸਪੈਕਟ, ਸੈਲਫ ਐਫੀਕੇਸੀ, ਇਹ ਦੋਨੋਂ ਵਰਡਸ ਬਹੁਤ ਇੰਪੋਰਟੈਂਟ ਨੇ। ਅਗਰ ਸਾਡੇ ਵਿੱਚ ਉਹ ਡਿਸੀਜਨਸ ਲੈ ਕੇ ਉਹਨਾਂ ਨੂੰ ਸਟਿਕ ਕਰਨ ਦੀ ਅੱਛੀ ਹਿੰਮਤ ਹੈ ਤਾਂ ਹੀ ਅਸੀਂ ਉਹਨਾਂ ਦੇ ਕੋਈ ਗੋਲ ਬਣਾ ਸਕਾਂਗੇ, ਤਾਂ ਹੀ ਅਸੀਂ ਉਹਨਾਂ ਦੇ ਨਾਲ ਅੱਗੇ ਚੱਲ ਸਕਾਂਗੇ, ਤਾਂ ਹੀ ਅਸੀਂ ਉਹਨਾਂ ਨੂੰ ਫੁਲਫਿਲ ਕਰਕੇ ਅਚੀਵ ਕਰਾਂਗੇ। ਇੱਥੇ ਤੱਕ ਸਮਝ ਆਇਆ? ਹੁਣ ਜਿਹੜੀਆਂ ਚੈਲੰਜਸ ਨੇ ਲਾਈਫ ਦੇ ਵਿੱਚ, ਬਹੁਤ ਸਾਰੇ ਚੈਲੰਜਸ ਨੇ। ਫੰਡਾਮੈਂਟਲਸ ਆਫ ਬੀਇੰਗ ਏਬਲ ਟੂ ਅਰਨ ਅ ਲਿਵਿੰਗ। ਅਸੀਂ ਪੜ੍ਹਦੇ ਕਿਉਂ ਹਾਂ? ਕਿਉਂਕਿ ਅਸੀਂ ਨੌਕਰੀ ਕਰਨਾ ਚਾਹੁੰਦੇ ਹਾਂ, ਅਸੀਂ ਪੈਸੇ ਕਮਾਉਣਾ ਚਾਹੁੰਦੇ ਹਾਂ। ਦਿਸ ਇਜ਼ ਦ ਰੀਜ਼ਨ ਵਾਈ ਵੀ ਸਟੱਡੀ। ਸੋ ਇਹ ਸਾਰਾ ਕੁਝ ਕਰਨ ਦੇ ਲਈ ਸਾਨੂੰ ਆਪਣਾ ਇੰਡੀਪੈਂਡੈਂਟਲੀ ਕੇਅਰ ਕਰਨਾ ਚਾਹੀਦਾ ਹੈ, ਆਪਣੇ ਆਪ ਦਾ ਕੇਅਰ। ਅਗਰ ਅਸੀਂ ਦੁਨੀਆ ਦੇ ਵਿੱਚ ਹੈ ਤਾਂ ਅਸੀਂ ਅਗਰ ਪੜ੍ਹ ਰਹੇ ਹਾਂ, ਸਮਝਦਾਰ ਬਣ ਰਹੇ ਹਾਂ, ਆਪਣੇ ਆਪ ਨੂੰ ਐਜੂਕੇਟ ਕਰ ਰਹੇ ਹਾਂ, ਇਹਦਾ ਮਤਲਬ ਹੈ ਅਸੀਂ ਕੁਝ ਕਮਾਉਣਾ ਚਾਹੁੰਦੇ ਹਾਂ। ਵੀ ਵਾਂਟ ਟੂ ਅਰਨ ਸਮਥਿੰਗ। ਉਹ ਅਰਨ ਕਿਵੇਂ ਕਰੋਗੇ?
ਉਹ ਪੈਸੇ ਦੇ ਥਰੂ ਕਰੋਗੇ ਜਾਂ ਲੋਕਾਂ ਦੀ ਇੱਜ਼ਤ ਦੇ ਥਰੂ ਕਰੋਗੇ। ਅਗਰ ਤੁਸੀਂ ਕੁਝ ਅਰਨ ਕਰਦੇ ਹੋ, ਅੱਛੇ ਕੰਮ ਕੀਤੇ, ਚੰਗੀਆਂ ਗੱਲਾਂ ਕੀਤੀਆਂ, ਲੋਕ ਤੁਹਾਨੂੰ ਐਪਰੀਸ਼ੀਏਟ ਕਰਨਗੇ, ਇਹ ਵੀ ਇੱਕ ਅਰਨਿੰਗ ਹੈ। ਅਗਰ ਤੁਸੀਂ ਅੱਛੇ ਪੜ੍ਹੇ ਲਿਖੇ ਹੋ, ਤੁਹਾਨੂੰ ਅੱਛੀ ਜੌਬ ਮਿਲ ਜਾਂਦੀ ਹੈ, ਜਾਂ ਤੁਸੀਂ ਆਪਣਾ ਅੱਛਾ ਬਿਜ਼ਨਸ ਸੈਟਅਪ ਕਰਦੇ ਹੋ, ਇਹ ਵੀ ਤੁਹਾਡੀ ਅਰਨਿੰਗ ਹੈ, ਇਹਨੂੰ ਵੀ ਤੁਸੀਂ ਅਰਨ ਕਰਦੇ ਹੋ। ਸਾਡੀਆਂ ਇੰਟਰੈਕਸ਼ਨਸ ਦੂਸਰਿਆਂ ਦੇ ਨਾਲ ਮਿਊਚੁਅਲੀ ਸੈਟਿਸਫਾਈਂਗ ਹੋਣੀਆਂ ਜ਼ਰੂਰੀ ਨੇ। ਅਗਰ ਤੁਸੀਂ ਸੈਟਿਸਫਾਈਡ ਹੋ, ਤੁਸੀਂ ਖੁਸ਼ ਹੋ ਕਿ ਮੇਰਾ ਜਿਹੜਾ ਦੋਸਤ ਹੈ ਉਹ ਅੱਛਾ ਹੈ, ਪਰ ਤੁਹਾਡਾ ਦੋਸਤ ਤੁਹਾਡੇ ਤੋਂ ਖੁਸ਼ ਨਹੀਂ ਹੈ, ਫਿਰ ਤੁਸੀਂ ਫੇਲੀਅਰ ਹੋ, ਫਿਰ ਤੁਸੀਂ ਕਾਮਯਾਬ ਨਹੀਂ ਹੋ। ਅਗਰ ਤੁਸੀਂ ਆਪਣੀ ਇੱਜ਼ਤ ਕਰ ਔਰ ਦੂਸਰਾ ਵੀ ਆਪਣੀ ਇੱਜ਼ਤ ਕਰਦਾ ਹੈ ਆਪਣੇ ਆਪ ਦੀ, ਤਾਂ ਤੁਸੀਂ ਇੱਕ ਦੂਜੇ ਦੀ ਮਿਊਚੁਅਲ ਰਿਸਪੈਕਟ ਵੀ ਕਰੋਗੇ। ਇਹ ਜ਼ਰੂਰੀ ਹੈ ਕਿ ਅਸੀਂ ਇੱਕ ਦੂਜੇ ਨੂੰ ਇੱਜ਼ਤ ਦਈਏ। ਸਾਡੇ ਸੁਸਾਇਟੀ ਦੇ ਵਿੱਚ ਇਸ ਚੀਜ਼ ਦੀ ਕਮੀ ਬਹੁਤ ਹੋ ਰਹੀ ਹੈ, ਉਹ ਹੈ ਸੈਲਫ ਐਸਟੀਮ ਦੀ ਕਮੀ। ਹਰ ਬੰਦਾ ਕਹਿੰਦਾ ਹੈ ਮੈਂ ਹੀ ਮੈਂ, ਦੂਸਰੇ ਨੂੰ ਮੈਂ ਕੁਝ ਨਹੀਂ ਸਮਝਦਾ। ਜਦੋਂ ਇਹ ਕਹਿਣ ਲੱਗ ਜਾਂਦਾ ਹੈ ਫਿਰ ਉਹ ਦੂਸਰੇ ਦੀ ਇੱਜ਼ਤ ਨਹੀਂ ਕਰਦਾ। ਜਦੋਂ ਉਹ ਇੱਜ਼ਤ ਨਹੀਂ ਕਰਦਾ ਤਾਂ ਕੀ ਹੁੰਦਾ ਹੈ, ਉਸ ਦੀ ਜਿਹੜੀ ਆਪਣੀ ਇੱਜ਼ਤ ਹੁੰਦੀ ਹੈ ਉਹ ਵੀ ਖਤਮ ਹੋ ਜਾਂਦੀ ਹੈ, ਉਹ ਵੀ ਰਿਡਿਊਸ ਹੋ ਕੇ ਹੌਲੀ ਹੌਲੀ ਨਿਲ ਹੋ ਜਾਂਦੀ ਹੈ, ਬਿਲਕੁਲ ਹੀ ਜ਼ੀਰੋ ਹੋ ਜਾਂਦੀ ਹੈ। ਸੈਲਫ ਐਸਟੀਮ ਸਾਡੀ ਹਿਊਮਨ ਨੀਡ ਹੈ, ਵੀ ਨੀਡ ਇਟ ਟੂ ਲਿਵ। ਅਗਰ ਅਸੀਂ ਆਪਣੇ ਆਪ ਦੀ ਇੱਜ਼ਤ ਨਹੀਂ ਕਰਾਂਗੇ ਤਾਂ ਅਸੀਂ ਜੀ ਨਹੀਂ ਸਕਦੇ। We cannot live without self-esteem. We have to have a normal and healthy development. It is only possible through self-esteem. ਅਗਰ ਅਸੀਂ ਇਹ ਕੰਮ ਕਰਾਂਗੇ, ਅਗਰ ਅਸੀਂ ਇਹ ਚੀਜ਼ਾਂ ਸਿੱਖਾਂਗੇ ਤਾਂ ਹੀ ਅਸੀਂ ਸਰਵਾਈਵ ਕਰ ਸਕਦੇ ਹਾਂ। ਸਰਵਾਈਵ ਕਰਨ ਦੇ ਲਈ ਇਸ ਜ਼ਿੰਦਗੀ ਦੇ ਵਿੱਚ, ਇਸ ਦੁਨੀਆ ਦੇ ਵਿੱਚ ਤੁਹਾਡੀ ਜਿਹੜੀ ਸੈਲਫ ਐਸਟੀਮ ਹੈ ਉਹ ਹਾਇਰ ਲੈਵਲ 'ਤੇ, ਹਾਈਐਸਟ ਲੈਵਲ 'ਤੇ ਹੋਣੀ ਬਹੁਤ ਜ਼ਰੂਰੀ ਹੈ। ਪੋਜ਼ੀਟਿਵ ਸੈਲਫ ਐਸਟੀਮ ਜਿਹੜੀ ਹੈ ਉਹ ਸਾਨੂੰ ਰੈਜ਼ਿਸਟੈਂਸ ਪ੍ਰੋਵਾਈਡ ਕਰਦੀ ਹੈ। ਅਸੀਂ ਸਾਰੀਆਂ ਬੁਰਾਈਆਂ ਨੂੰ ਸਹਿ ਸਕਦੇ ਹਾਂ ਅਗਰ ਅਸੀਂ ਆਪਣੀ ਇੱਜ਼ਤ ਖੁਦ ਕਰਦੇ ਹਾਂ, ਅਗਰ ਅਸੀਂ ਪੋਜ਼ੀਟਿਵ ਹਾਂ, ਅਗਰ ਸਾਡੀ ਥਾਟ ਪ੍ਰੋਸੈਸ ਅੱਛਾ ਹੈ, ਅਗਰ ਅਸੀਂ ਅੱਛਾ ਸੋਚਦੇ ਹਾਂ ਤਾਂ ਅਸੀਂ ਦੂਸਰੇ ਨੂੰ ਵੀ ਉਸ ਤਰ੍ਹਾਂ ਦਾ ਬਣਾ ਸਕਦੇ ਹਾਂ। ਅਤੇ ਜੇ ਅਸੀਂ ਆਪ ਹੀ ਨੈਗੇਟਿਵ ਹਾਂ, ਆਪ ਹੀ ਬੁਰਾ ਹੀ ਸੋਚਦੇ ਹਾਂ, ਆਪ ਹੀ ਗਲਤ ਕੰਮ ਕਰਦੇ ਹਾਂ, ਫਿਰ ਤੁਸੀਂ ਦੇਖ ਲਓ ਅਤੇ ਦੂਸਰਾ ਤੁਹਾਡੇ ਨਾਲ ਕੀ ਕਰੇਗਾ, ਉਹ ਵੀ ਬੁਰਾ ਹੀ ਕਰੇਗਾ। ਸੋ ਸੈਲਫ ਐਸਟੀਮ, ਉਸ ਤੋਂ ਬਾਅਦ ਪੋਜ਼ੀਟਿਵ ਸੈਲਫ ਐਸਟੀਮ, ਇਹ ਸਾਡੀ ਰੀਜਨਰੇਸ਼ਨ ਦੇ ਵਿੱਚ ਹੈਲਪ ਕਰਦੀ ਹੈ। ਰੀਜਨਰੇਸ਼ਨ ਸਾਨੂੰ ਹਮੇਸ਼ਾ ਕਰਨੀ ਪੈਂਦੀ ਹੈ। ਐਵਰੀ ਡੇ ਵੀ ਰੀਜਨਰੇਟ। ਸਵੇਰੇ ਉੱਠਦੇ ਹਾਂ, ਰਾਤ ਨੂੰ ਸੌਂਦੇ ਹਾਂ, ਰੀਜਨਰੇਸ਼ਨ ਹੁੰਦੀ ਹੈ। ਸਾਰੇ ਦਿਨ ਦੇ ਵਿੱਚ ਕੀ ਸਿੱਖਿਆ ਉਹ ਅਸੀਂ ਅਗਲੇ ਦਿਨ ਅਪਲਾਈ ਕਰਦੇ ਹਾਂ, ਅਗਲੇ ਦਿਨ ਨਹੀਂ ਕਰਦੇ, ਹਫਤੇ ਬਾਅਦ ਕਰਦੇ ਹਾਂ, ਮਹੀਨੇ ਬਾਅਦ ਕਰਨੇ ਹਾਂ। ਪਰ ਇਹ ਜਿਹੜੀ ਰੀਜਨਰੇਸ਼ਨ ਹੈ ਇਟ ਗੋਜ਼ ਔਨ, ਇਹ ਚੱਲਦੀ ਰਹਿੰਦੀ ਹੈ। ਇਹ ਸਾਰੀਆਂ ਚੀਜ਼ਾਂ ਸਾਨੂੰ ਅੱਛਾ ਇਨਸਾਨ, ਅੱਛਾ ਵਧੀਆ ਸਟਰੋਂਗ ਹਿਊਮਨ ਬੀਇੰਗ ਬਣਨ ਦੇ ਵਿੱਚ ਹੈਲਪ ਕਰਦੀਆਂ ਨੇ, ਸਾਡੀਆਂ ਪ੍ਰੋਬਲਮਸ ਨੂੰ ਰਿਡਿਊਸ ਕਰਦੀਆਂ ਨੇ। ਡਿਮਿਨਿਸ਼ ਦਾ ਮਤਲਬ ਹੁੰਦਾ ਹੈ ਘਟਾਉਣਾ, ਰਿਡਿਊਸ ਕਰਨਾ। We tend to be more influenced by the desire to avoid pain than to experience joy. Negatives have more power over us than positives. ਹਮੇਸ਼ਾ ਨੈਗੇਟਿਵ ਜ਼ਿਆਦਾ ਅਸਰ ਕਰਦੇ ਨੇ, ਨੈਗੇਟਿਵ ਇੰਪੈਕਟ ਛੇਤੀ ਹੁੰਦਾ ਹੈ। ਕੋਈ ਵੀ ਚੀਜ਼ ਜਦੋਂ ਕੋਈ ਕਰਦਾ ਹੈ ਤਾਂ ਉਸ 'ਤੇ ਮਾਈਨਸ ਪੁਆਇੰਟਸ ਪਹਿਲਾਂ ਕਾਊਂਟ ਕਰਦਾ ਹੈ, ਪੋਜ਼ੀਟਿਵਨੈਸ ਦੇਖਦਾ ਕਿ ਮੈਂ ਅੱਛਾ ਕੀਤਾ, ਮੈਂ ਮੇਰੇ ਨਾਲ ਚੰਗਾ ਹੋਊਗਾ। ਨੋ, ਵੀ ਸਟਾਰਟ ਥਿੰਕਿੰਗ ਨੈਗੇਟਿਵਲੀ। ਨੋ, ਇਹੀ ਰਿਡਿਊਸ ਕਰਨਾ ਹੈ। ਸੋਚਾਂਗੇ ਜ਼ਰੂਰ ਪਰ ਘੱਟ ਸੋਚਣਾ ਸ਼ੁਰੂ ਕਰੋ। ਸੈਲਫ ਐਸਟੀਮ ਵਾਲਾ ਬੰਦਾ ਕਦੇ ਵੀ ਨੈਗੇਟਿਵ ਅਪਰੋਚ ਟੂਵਰਡਸ ਲਾਈਫ ਨਹੀਂ ਰੱਖਦਾ। ਉਸ ਦੀ ਜਿਹੜੀ ਅਪਰੋਚ ਹੈ ਉਹ ਅੱਛੀ ਹੀ ਹੁੰਦੀ ਹੈ। ਇਸ ਦੁਨੀਆ ਨੂੰ ਟੈਕਲ ਕਰਨ ਦੇ ਲਈ, ਇਸ ਦੁਨੀਆ ਨੂੰ ਸਮਝਣ ਦੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਨੈਗੇਟਿਵ ਨਾ ਹੋਈਏ। ਟੂ ਵਿਮਨ ਹੂ ਆਰ ਥਰੋਇੰਗ ਆਫ ਟ੍ਰੈਡੀਸ਼ਨਲ ਜੈਂਡਰ ਰੋਲਸ, ਤੁਹਾਡੇ 'ਚੋਂ ਜਿੰਨੀਆਂ ਕੁੜੀਆਂ ਟ੍ਰੈਡੀਸ਼ਨਲ ਰੋਲਸ ਨੇ, ਜਿਹੜੇ ਟ੍ਰੈਡੀਸ਼ਨਲ ਰੋਲਸ ਕੀ ਹੁੰਦੇ ਨੇ, ਕੁੜੀ ਜੰਮੀ, 18 ਸਾਲ ਦੀ ਹੋਈ, ਵਿਆਹ ਤੀ, ਅਗਲੇ ਘਰ ਚਲੀ ਗਈ, ਉੱਥੇ ਉਹਦਾ ਪਰਿਵਾਰ ਹੋ ਗਿਆ, ਉਸ ਤੋਂ ਬਾਅਦ ਉਹ ਉੱਧਰ ਉਸੇ ਤਰ੍ਹਾਂ ਜੀਣਾ ਸ਼ੁਰੂ ਕਰਤਾ। ਇਹ ਟ੍ਰੈਡੀਸ਼ਨਲ ਰੋਲ ਸੀਗਾ। ਹੁਣ ਦੀ ਕੁੜੀ ਇੱਦਾਂ ਨਹੀਂ ਕਰਦੀ। ਹੁਣ ਦੀ ਕੁੜੀ ਪੜ੍ਹਦੀ ਹੈ, 25-26 ਸਾਲ ਤੱਕ ਉਹ ਪੜ੍ਹਦੀ ਹੈ, ਉਸ ਤੋਂ ਬਾਅਦ ਨੌਕਰੀ ਲੈਣ ਦੀ ਕੋਸ਼ਿਸ਼ ਕਰਦੀ ਹੈ, ਉਸ ਤੋਂ ਬਾਅਦ ਜੇ ਵਿਆਹ ਹੋ ਜਾਂਦਾ ਹੈ ਤਾਂ ਆਪਣੇ ਪਰਿਵਾਰ ਨੂੰ ਸੁਖੀ ਰੱਖਣ ਦੀ ਕੋਸ਼ਿਸ਼ ਕਰਦੀ ਹੈ, ਉਸ ਤੋਂ ਬਾਅਦ ਉਹ ਆਪਣਾ ਆਪ ਨੂੰ ਸੈਟਲ ਕਰਦੀ ਹੈ। ਏਜ ਡਿਫਰੈਂਸ ਹੋ ਗਿਆ, ਮੈਚਿਓਰਿਟੀ ਆ ਗਈ, ਐਕਸਪੀਰੀਅੰਸ ਆ ਗਿਆ, ਸਿਆਣੇ ਹੋ ਗਏ,
ਇਹ ਸਾਰਾ ਕੁਝ ਟ੍ਰੈਡੀਸ਼ਨਲ ਤੋਂ ਫਰਕ ਹੋ ਗਿਆ। ਅੱਜ ਕੱਲ੍ਹ ਦਾ ਮਾਡਰਨ ਬੱਚਾ ਹੈ ਜਿਹੜਾ, ਚਾਹੇ ਉਹ ਮੁੰਡਾ ਹੈ ਚਾਹੇ ਉਹ ਕੁੜੀ ਹੈ, ਉਹ ਆਪਣੇ ਟ੍ਰੈਡੀਸ਼ਨਲ ਰੋਲਸ ਦੇ ਵਿੱਚੋਂ ਬਾਹਰ ਆ ਗਿਆ। ਹੁਣ ਪਹਿਲਾਂ ਕੀ ਸੀ, ਪਿੰਡਾਂ 'ਚ ਜਿਹੜੇ ਮੁੰਡੇ ਹੁੰਦੇ ਸੀ ਵੱਡੇ ਹੋਏ, ਖੇਤੀ ਕਰਨ ਲੱਗ ਗਏ, ਖੇਤੀ ਕਰਦੇ ਕਰਦੇ ਵਿਆਹ ਹੋ ਗਏ, ਉਸੇ ਤਰ੍ਹਾਂ ਅੱਗੇ ਫਿਰ ਅਗਲਾ ਪਰਿਵਾਰ ਤੁਰ ਪਿਆ, ਚਲੋ ਜੀ ਉਹ ਰਿਸਪੋਂਸਿਬਿਲਿਟੀਜ਼ ਆਈਆਂ, ਇਸੇ ਤਰ੍ਹਾਂ ਜ਼ਿੰਦਗੀ ਚੱਲਦੀ ਸੀ। ਹੁਣ ਵਾਲਾ ਮੁੰਡਾ ਹੈ ਉਹ ਇਹ ਨਹੀਂ ਕਰਦਾ। ਅਗਰ ਉਹ ਪੜ੍ਹ ਰਿਹਾ ਹੈ ਤਾਂ ਅੱਛੀ ਤਰ੍ਹਾਂ ਪੜ੍ਹਦਾ ਹੈ, ਅਗਰ ਉਹ ਕਿਤੇ ਬਾਹਰ ਜਾਣਾ ਚਾਹੁੰਦਾ ਹੈ ਉਹ ਬਾਹਰ ਚਲਾ ਜਾਂਦਾ ਹੈ। ਉੱਥੇ ਉਹਦੀ ਉਮਰ ਦਾ, ਐਕਸਪੀਰੀਅੰਸ ਦਾ, ਉਸ ਦੀ ਐਜੂਕੇਸ਼ਨ ਦਾ ਇੰਪੈਕਟ ਉਸ ਦੀ ਲਾਈਫ 'ਤੇ ਹੁੰਦਾ ਹੈ। ਇਹ ਸਾਰੀਆਂ ਚੀਜ਼ਾਂ ਸਾਨੂੰ ਅੱਛੀਆਂ ਬਣਾਉਂਦੀਆਂ ਨੇ, ਵਧੀਆ ਬਣਾਉਂਦੀਆਂ ਨੇ। ਖਾਸ ਕਰ ਔਰਤਾਂ ਦੇ ਲਈ ਸੈਲਫ ਐਸਟੀਮ, ਮੁੰਡਿਆਂ ਲਈ ਸੈਲਫ ਐਸਟੀਮ ਹੋਣੀ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਅਸੀਂ ਇਮੋਸ਼ਨਲੀ ਸਟਰੋਂਗ ਹੁੰਦੇ ਹਾਂ, ਇੰਟੈਲੈਕਚੁਅਲ ਅਟੋਨਮੀ ਪ੍ਰੋਡਿਊਸ ਹੁੰਦੀ ਹੈ, ਸੋਚਣ ਦੀ ਸ਼ਮਤਾ ਆਉਂਦੀ ਹੈ। ਅਸੀਂ ਸੋਚਦੇ ਹਾਂ ਕਿ ਹਾਂ ਦਿਸ ਇਜ਼ ਗੁੱਡ ਫॉर ਮੀ, ਇਹ ਮੇਰੀ ਜ਼ਿੰਦਗੀ 'ਚ ਕਿਤੇ ਕੰਮ ਆਊਗਾ, ਆਈ ਸ਼ੁੱਡ ਲਰਨ ਦਿਸ। ਕੁਕਿੰਗ ਕਹਿੰਦੇ ਹਾਂ ਅਸੀਂ, ਹਰ ਬੰਦੇ ਨੂੰ ਆਉਣੀ ਚਾਹੀਦੀ ਹੈ, ਚਾਹੇ ਉਹ ਕੁੜੀ ਹੋਵੇ ਚਾਹੇ ਉਹ ਮੁੰਡਾ ਹੋਵੇ। ਕਿਵੇਂ ਆਏਗੀ? ਕਰੋਗੇ ਤਾਂ ਆਏਗੀ ਨਾ, ਕੋਈ ਚੀਜ਼ ਸੋਚੋਗੇ ਤਾਂ ਕਰੋਗੇ ਨਾ। ਇਸੇ ਤਰ੍ਹਾਂ ਪੜ੍ਹਾਈ ਹੈ, ਅਗਰ ਸੋਚੋਗੇ ਤਾਂ ਇੰਟੈਲੈਕਟ ਇੰਪਰੂਵ ਹੋਏਗਾ, ਅਗਰ ਸੋਚੋਗੇ ਤਾਂ ਉਹ ਹੋਏਗਾ, ਅਗਰ ਸੋਚੋਗੇ ਤਾਂ ਕੁਝ ਬਣੋਗੇ, ਅਗਰ ਸੋਚੋਗੇ ਹੀ ਨਹੀਂ ਤਾਂ ਕਿਸ ਤਰ੍ਹਾਂ ਹੋਏਗਾ? ਇਸ ਤਰ੍ਹਾਂ ਨਹੀਂ ਚਲੇਗਾ। ਆਪਣੇ ਆਪ ਥਾਟਸ ਨਹੀਂ ਆਉਂਦੇ, ਇਹ ਅੰਦਰ ਤੁਹਾਨੂੰ ਆਪਣੇ ਇੱਕ ਅੱਗ ਜਿਹੜੀ ਹੈ ਉਹ ਬਾਲਣੀ ਪੈਂਦੀ ਹੈ। ਯੂ ਹੈਵ ਟੂ ਲਰਨ ਟੂ ਮੇਕ ਯੋਰਸੈਲਫ ਇਨਟੂ ਬਿਊਟੀਫੁਲ ਹਿਊਮਨ ਬੀਇੰਗਸ। ਇਹ ਸੋਚ ਕੇ ਚੱਲੋ ਤੁਸੀਂ ਬੱਚੇ ਨਹੀਂ ਹੋ। ਕੋਈ ਵੀ ਬੱਚਾ ਜਿਹੜਾ ਹੈ, ਇੱਕ ਛੋਟਾ ਬੱਚਾ 5 ਜਾਂ 7 ਸਾਲ ਤੱਕ ਬੱਚਾ ਹੁੰਦਾ ਹੈ, ਉਸ ਤੋਂ ਬਾਅਦ ਉਹ ਜਿਵੇਂ ਜਿਵੇਂ ਲਰਨ ਕਰਦਾ ਹੈ, ਜਿਵੇਂ ਜਿਵੇਂ ਮੈਚਿਓਰ ਹੁੰਦਾ ਹੈ, ਜਿਵੇਂ ਜਿਵੇਂ ਪੜ੍ਹਦਾ ਹੈ, ਤਾਂ ਉਸ ਨੂੰ ਬੜੀਆਂ ਚੀਜ਼ਾਂ ਸਿੱਖਣੀਆਂ ਪੈਂਦੀਆਂ ਨੇ। ਬਹੁਤ ਸਾਰੀਆਂ ਚੀਜ਼ਾਂ ਉਹ ਆਪਣੇ ਆਪ ਅੱਗੇ ਵੱਧਦਾ ਹੋਇਆ ਸਿੱਖਦਾ ਚਲਾ ਜਾਂਦਾ ਹੈ। ਇਸੇ ਤਰ੍ਹਾਂ ਕਹਿੰਦਾ ਅਸੀਂ ਬਹੁਤ ਸਾਰੀਆਂ ਜਿਹੜੀਆਂ ਖਾਸ ਕਰ ਔਰਤਾਂ ਨੇ, ਉਹ ਮੇਲ ਵੈਸਟਰਨ ਜਿਹੜੀ ਜਗ੍ਹਾ ਪਹਿਲਾਂ ਸਿਰਫ ਮੁੰਡੇ ਜਾਂ ਬੰਦੇ ਹੀ ਸੀ, ਉਹ ਉਹਨਾਂ ਨੇ ਇੰਟਰੂਡ ਕਰ ਲਿਆ, ਉਸ 'ਚੋਂ ਵੜ ਗਈਆਂ ਨੇ। ਪਹਿਲਾਂ ਟੀਚਿੰਗ ਦੇ ਵਿੱਚ ਮੇਲ ਹੀ ਹੁੰਦੇ ਸੀ, ਹੁਣ ਤੁਸੀਂ ਦੇਖੋਗੇ ਮੋਸਟਲੀ ਫੀਮੇਲਸ। ਔਰ ਫਿਰ ਹੁਣ IAS ਬਣਦੀਆਂ ਨੇ, IPS ਬਣਦੀਆਂ ਨੇ। ਪਹਿਲਾਂ ਸਿਰਫ ਬੰਦੇ ਹੀ ਹੁੰਦੇ ਸੀ, ਔਰਤਾਂ ਨੂੰ ਪੜ੍ਹਾਇਆ ਨਹੀਂ ਸੀ ਜਾਂਦਾ। ਅਤੇ ਉਹ ਸਾਰੀਆਂ ਹੁਣ ਉਹ ਜਗ੍ਹਾ ਜਿੱਥੇ ਬਿਜ਼ਨਸ ਦੇ ਵਿੱਚ ਬਹੁਤ ਸਾਰੀਆਂ ਟਾਈਕੂਨਸ ਹੈ, ਬਿਜ਼ਨਸ ਲੇਡੀਜ਼ ਹੈ, ਜਿਹੜੀਆਂ ਕਿ ਆਪਣਾ ਕੰਮ ਵੀ ਕਰਦੀਆਂ ਨੇ ਔਰ ਆਪਣਾ ਬਿਜ਼ਨਸ ਵੀ ਰਨ ਕਰਦੀਆਂ ਨੇ। ਚਾਹੇ ਉਹ ਇੱਕ ਛੋਟਾ ਜਿਹਾ ਪਾਰਲਰ ਹੈ, ਚਾਹੇ ਵੱਡਾ ਪਾਰਲਰ ਹੈ, ਚਾਹੇ ਬੁਟੀਕ ਹੈ, ਚਾਹੇ ਵੱਡਾ ਬੁਟੀਕ ਹੈ, ਚਾਹੇ ਕੋਈ ਦੁਕਾਨ ਹੈ, ਚਾਹੇ ਕੋਈ ਅੱਛਾ ਬਿਜ਼ਨਸ ਹੈ। ਸੋ ਇਹ ਸਾਰਾ ਕੁਛ ਕਰਨ ਦੇ ਲਈ ਤੁਹਾਨੂੰ ਆਪਣੀ ਇੱਜ਼ਤ ਪਹਿਲਾਂ ਆਪ ਕਰਨੀ ਪਏਗੀ। ਐਸਟੀਮ ਤੁਹਾਡੀ ਆਪਣੇ ਆਪ ਹੋਣੀ ਚਾਹੀਦੀ ਹੈ। ਕਹਿੰਦਾ ਅਸੀਂ ਸਾਰੇ ਲੋਕ ਤਾਂ ਹੀ ਕੌਨਫੀਡੈਂਟ ਹੋਵਾਂਗੇ, ਮਾਈਂਡ ਦੇ ਲਈ ਵੀ ਵਿੱਚ ਵੀ ਔਰ ਵੈਲਿਊਜ਼ ਦੇ ਵਿੱਚ ਵੀ, ਜੇ ਅਸੀਂ ਅੰਦਰ ਸੈਲਫ ਐਸਟੀਮ ਕ੍ਰੀਏਟ ਕਰਾਂਗੇ। ਸੈਲਫ ਐਸਟੀਮ ਸਾਨੂੰ ਐਮਪਾਵਰ ਕਰਦੀ ਹੈ, ਤਗੜਾ ਕਰਦੀ ਹੈ, ਐਨਰਜਾਈਜ਼ ਕਰਦੀ ਹੈ, ਇੱਕ ਊਰਜਾ ਦਿੰਦੀ ਹੈ, ਸਾਨੂੰ ਮੋਟੀਵੇਟ ਕਰਦੀ ਹੈ, ਇੰਸਪਾਇਰ ਕਰਦੀ ਹੈ ਕਿ ਅਸੀਂ ਅੱਗੇ ਵਧੀਏ, ਅਚੀਵ ਕਰੀਏ ਅਤੇ ਹਰ ਚੀਜ਼ ਨੂੰ ਆਪਣੇ ਕਦਮਾਂ ਦੇ ਉੱਪਰ ਅੱਗੇ ਅੱਗੇ ਵਧਦੇ ਹੋਏ ਹਰ ਮੰਜ਼ਿਲ ਨੂੰ ਅਚੀਵ ਕਰਦੇ ਹੋਏ ਚਲੇ ਜਾਈਏ। ਅੱਜ ਲਈ ਬੇਟਾ ਬਸ ਇੰਨਾ ਹੀ, ਕੱਲ੍ਹ ਨੂੰ ਨੈਕਸਟ ਉਹਦੇ ਲਈ ਮਿਲਾਂਗੇ। ਥੈਂਕ ਯੂ। ਇਸੇ ਚੈਪਟਰ ਨੂੰ ਅੱਗੇ ਕੰਟੀਨਿਊ ਕਰਾਂਗੇ। ਓਕੇ ਬੇਟਾ।